बिस्मिल्लाहिर्रहमानिर्रहीम। अस्सलामु अलैकुम नाजरीन, आज आपकी मुलाकात एक इंतहाई तजर्बाकार बुज़ुर्ग किसान से करवाई जाएगी जो कि आपको बताएंगे कि खुश्की और गर्मी से जानवरों को क्या क्या बीमारियां लगती हैं और क्या नुकसानात होते हैं और खुश्की और गर्मी के पायदार हल क्या हैं। गब्बन भैंस को क्या देना चाहिए, अगर कोई मसला हो जाए तो उसका देसी हल कैसे किया जाता है और भी बहुत सारी बेशकीमत मालूमात आपको इस वीडियो में मिलेंगी। वीडियो शुरू से लेकर आखिर तक देखिएगा, इंशाअल्लाह फ़ायदा ज़रूर होगा। जो किसान भाई चैनल पर पहली दफ़ा आए हैं उनसे गुजारिश है कि सब्सक्राइब बटन दबाकर घंटी का निशान दबा दें ताकि हर नई बनने वाली वीडियो की इत्तला आप तक बर वक़्त पहुँच सके। तो चलें आज की वीडियो शुरू करते हैं। अस्सलाम वालेकुम। चाचा जी की ना अपना चाचा जी को इलाका केड़ा है? ਇਹ ਇਲਾਕਾ चाचा किन्ने थे तो किन्ना चिर डंगर रखते रहे हो? ਜਦੋਂ ਦੇ ਜੰਮੇ ਆ ਜੀ ਡੰਗਰ ਹੀ ਰੱਖਦੇ ਆ। अच्छा अच्छा बुजुर्गो, अगर मझ पिछा मारे तो की करिए? ਉਹਦਾ ਪਿੱਛੇ ਦਾ ਸਭ ਤੋਂ ਬੈਸਟ ਇਲਾਜ ਇਹ ਹੈ ਕਿ ਕਿਲੋ 2 ਕਿਲੋ ਘਿਓ ਪਾ ਲਓ, घ्यो देसी, ठीक है, ਤੇ 1 ਕਿਲੋ ਜਵੈਣ, अजवाइन 1 किलो, 1 ਕਿਲੋ ਜਵੈਣ ਘਿਓ ਨੂੰ ਉੱਤੇ ਧਰੋ ਅੱਗ ਦੇ जी, ਘਿਓ ਜਿਹੜੇ ਵੇਲੇ ਬੁਲਬੁਲੀ ਮਾਰਨੀ ਛੱਡ ਦੇਗਾ ठीक, ਤੇ ਉਹਦੇ ਵਿੱਚ ਜਵੈਣ ਚ ਪਾਓ। सही हो गया। ਜਵੈਣ ਜਿਹੜੇ ਵੇਲੇ ਲਾਈ ਰੱਖੋ, ਜਿਵੇਂ ਜਵੈਣ ਦਾ ਰੰਗ ਸਿਆਹ ਕਾਲਾ ਹੋ ਜਾਏ ਉਸ ਵੇਲੇ ਥੱਲੇ ਲਾ ਲਓ, ठीक हो गया। ਜਾਂ ਥੱਲੇ ਲਾ ਕੇ ਜਿਵੇਂ ਠੰਡਾ ਹੋ ਜਾਏ ਉਹ ਵਿੱਚੋਂ ਜਿਹੜੀ ਜਵੈਣ ਉਹਨੂੰ ਨਿਚੋੜ ਕੇ ਬਾਹਰ ਚ ਧਰੋ, ठीक, ਤੇ ਜਿਹੜਾ ਘਿਓ ਹੈ ਉਹ 2 ਕਿਲੋ 4 ਦਿਨ ਅੱਧਾ ਕਿਲੋ ਦੇ ਦਿਓ। 4 दिन आधा किलो, ਸ਼ਾਮ ਨੂੰ ठीक हो गया। ਹਾਂ, ਮੱਝ ਕਦੀ ਜ਼ਿੰਦਗੀ 'ਚ ਪਿੱਛਾ ਨਾ ਮਾਰੇ। ਤੇ ਬਜ਼ੁਰਗੋ, ਮੱਝ ਪਿੱਛਾ ਮਾਰਦੀ ਹੈ ਦੋ ਵਜੂਹਾਤ ਦੀ ਵਜ੍ਹਾ ਤੋਂ ਬਿਨਾਂ। ਬਾਜ਼ ਔਕਾਤ ਖੁਸ਼ਕ ਹੁੰਦੀ ਹੈ ਜਾਂ ਤੇ ਗਰਮੀ ਔਰ ਸਰਦੀ ਦਾ ਪਿੱਛਾ ਮਾਰਨਾ ਅਲੱਗ-ਅਲੱਗ ਹੁੰਦਾ ਹੈ, ਤੇ ਘਿਓ ਤੇ ਗਰਮ ਹੁੰਦਾ ਹੈ। ਨਹੀਂ, ਘਿਓ ਨਹੀਂ ਗਰਮ ਹੁੰਦਾ, ਘਿਓ ਜਿੱਡੀ ਹੋਰ ਦਵਾਈ ਕੋਈ ਨਹੀਂ। ਤੇ ਇਹੜਾ ਖੁਸ਼ਕੀ ਤੋਂ ਗਰਮੀ ਤੋਂ ਮਾਰਦੀਆਂ ਨੇ ਜੀ। ਅੱਜ ਖੁਸ਼ਕੀ ਗਰਮੀ ਜਾਂਦੀ ਰਹਿੰਦੀ ਹੈ ਘਿਓ ਨਾਲ, ਠੀਕ ਹੋ ਗਿਆ। ਅੱਛਾ, ਤੇ ਅੰਦਰ ਤਕਲੀਫ ਹੁੰਦੀ ਹੈ ਉਹ ਸੋਜਿਸ਼ ਵਗੈਰਾ ਜੀ, ਉਹ ਜਵੈਣ ਨਾਲ ਜਾਂਦੀ ਰਹਿੰਦੀ। ਤੇ ਤੁਹਾਡੀ ਨਜ਼ਰ ਦੇ ਵਿੱਚ ਸ਼ਰਤੀਆ ਇਲਾਜ ਹੈ? ਬਿਲਕੁਲ, ਇਨਸ਼ਾਅੱਲਾ ਅਜ਼ਮਾਇਆ ਵੀ ਹੈ, ਸਾਰੀ ਉਮਰ ਕੀਤਾ ਸੀ। ਜ਼ਬਰਦਸਤ। ਜਿਹੜੀਆਂ ਮੱਝਾਂ ਨਵੀਆਂ ਨਹੀਂ ਹੁੰਦੀਆਂ ਉਹਨਾਂ ਦਾ ਕੀ ਕਰੀਏ? ਉਹਨਾਂ ਦਾ ਤੇ ਇਹ ਨਹੀਂ ਹੁਣ ਪਤਾ ਵੀ ਕਿਹੜੀ ਵਜ੍ਹਾ ਤੋਂ ਨਹੀਂ ਹੁੰਦੀਆਂ। ਉਹਨਾਂ ਦਾ ਕਈ ਮੱਝਾਂ ਹੁੰਦੀਆਂ ਨੇ ਉਹਨਾਂ ਦੇ ਰਹਿਮ ਦੇ ਅੱਗੇ ਜਿਹੜੀ ਆ ਜਾਂਦੀ ਹੈ ਤਾਂ ਨਹੀਂ ਖਲੋਂਦੀਆਂ। ਆਓ ਡਾਕਟਰੀ ਇਲਾਜ ਅੱਗੇ ਦੇਸੀ ਵੀ ਲੋਕ ਕਰਦੇ ਨੇ, ਸਾਡਾ ਗੁਜ਼ਰ ਕਰਦੇ ਸਨ, ਉਹ ਗੰਢ ਵੱਢ ਦਿੰਦੇ ਸਨ। ਜੀ ਆ ਵੱਢ ਦਿੰਦੇ। ਤੇ ਜਿਹੜੀਆਂ ਮਤਲਬ ਹੈ ਕਿ ਕਈ ਲਾਮਤਾਂ ਹੁੰਦੀਆਂ ਨੇ ਇਹਦੀਆਂ ਮੋਟੀਆਂ ਮੋਟੀਆਂ, ਦੱਸੋ ਨਾ ਕਿ ਕਿਉਂ ਨਹੀਂ ਮੱਝ ਹੀਟ 'ਚ ਕਿਉਂ ਨਹੀਂ ਆਉਂਦੀ? ਉਹਨੂੰ ਗੁੜ ਦਿਓ ਤੇ ਗੁੜ ਗਰਮ ਹੋਏਗਾ? ਹਾਂ, ਗਰਮ ਹੋਏਗਾ। ਗੁੜ ਜਿੱਡਾ ਇਲਾਜ ਹੀ ਹੋਰ ਕੋਈ ਨਹੀਂ। ਜ਼ਬਰਦਸਤ। ਤੇ ਕਿੰਨਾ ਕਿੰਨਾ ਦੇਣਾ ਔਰ ਕਿਹੜੇ ਵੇਲੇ ਦੇਣਾ? ਸ਼ਾਮ ਨੂੰ ਦੇਣਾ। ਪਿਛਾਂ ਬਣਨ ਲੱਗਿਆ ਯਾਰ ਸ਼ਾਮ ਨੂੰ ਪਿਛਾਂ ਬਣਾ ਲਿਆ ਤਕਰੀਬਨ ਅੱਧਾ ਕਿਲੋ। ਅੱਛਾ, ਅੱਧਾ ਕਿਲੋ ਦੇ ਦਈਏ ਤੇ ਅਗਰ ਦਿਨ ਦਿਓ ਤੇ ਇਨਸ਼ਾਅੱਲਾ ਮੱਝ ਹੀਟ ਪਈ ਫੜ ਜਾਏਗੀ। ਜ਼ਬਰਦਸਤ। ਹੁਣ ਤੇ ਲੋਕ ਪਾਊਡਰ ਵੀ ਦਿੰਦੇ ਨੇ, ਸਾਡੇ ਬਲੈਤੀ ਇਲਾਜ ਨੇ ਜੀ। ਹਾਂ, ਪਾਊਡਰ ਨੁਕਸਾਨ ਨਹੀਂ ਕਰਦਾ? ਨਹੀਂ ਜੀ, ਪਤਾ ਨਹੀਂ ਹੁਣ ਕਰਦਾ ਕਿ ਨਹੀਂ। ਤੇ ਹੁਣ ਬਲੈਤੀ ਮਤਲਬ ਹੈ ਕਿ ਨੁਕਸਾਨ ਹੈ, ਲੇਕਿਨ ਤੁਹਾਡੀ ਨਜ਼ਰ 'ਚ ਗੁੜ ਠੀਕ ਹੈ? ਹਾਂ, ਗੁੜ ਠੀਕ। ਤੇ ਮੱਝ ਨੂੰ ਮਤਲਬ ਹੈ ਕਿ ਆ ਟੱਕ ਹੋਵੇ ਜੀ। ਜੀ, ਸਾਡੇ ਵਕਤ ਵਿੱਚ ਉਹਦਾ ਇਲਾਜ ਇਹ ਸੀ ਕਿ ਕਿਸੇ ਨੇ ਇੱਕ ਬੂਟੀ ਹੁੰਦੀ ਹੈ, ਬਿਲਕੁਲ ਹੁੰਦੀ ਹੈ, ਜਾਂ ਉਹਦੀਆਂ ਪੱਟ ਕੇ ਜੜ੍ਹਾਂ ਜੀ ਕੁੱਟ ਲਓ, ਵਿੱਚ ਪੁਰਾਣਾ ਗੁੜ ਪਾਓ, ਵਿੱਚ ਲੂਣ ਪਾਓ, ਉਹ 2-4 ਦਿਨ ਦਿਓ, ਮੱਝ ਦਾ ਸਾਰੀ ਜ਼ਿੰਦਗੀ ਦਾ ਟੱਕ ਜਿਹੜਾ ਉਹ ਖਤਮ ਹੋ ਜਾਏ। ਕੀ ਬਾਤ, ਕੀ ਬਾਤ, ਸਹੀ ਹੋ ਗਿਆ। ਤੇ ਬਜ਼ੁਰਗੋ, ਇਸ ਤੋਂ ਇਲਾਵਾ ਜਿਹੜੇ ਥਣ ਦੇ ਮਸਾਇਲ ਹੁੰਦੇ ਨੇ ਉਹ ਕਿਉਂ ਥਣ ਦਾ ਮਸਾਇਲ ਵੀ ਸਿਰਫ ਖੁਸ਼ਕੀ ਗਰਮੀ ਤੋਂ ਹੁੰਦਾ। ਅੱਛਾ, ਥਣ ਘੱਟ ਹੋਵੇ ਹੋ ਜਾਣਾ ਸਾੜੂ ਨਾਲ, ਉਹ ਵੀ ਖੁਸ਼ਕੀ ਗਰਮੀ ਦੀ ਵਜ੍ਹਾ ਤੋਂ ਹੁੰਦਾ। ਅੱਛਾ, ਥਣ ਪਾਟ ਜਾਣਾ, ਇਹ ਵੀ ਖੁਸ਼ਕੀ ਗਰਮੀ ਦੀ ਵਜ੍ਹਾ ਤੋਂ ਹੁੰਦਾ। ਉਹਦਾ ਇਲਾਜ ਇਹ ਵੀ ਜੇ ਗਰਮੀ ਹੋਵੇ ਤਾਂ ਉਹਨੂੰ ਤੇਲ ਦਿਓ ਚੰਗਾ, 2-3 ਸਿਰ ਦਿਓ ਰੋਜ਼ ਦਾ 10 ਕਿਲੋ ਜੀ, ਤੇ ਥਣ ਬਿਲਕੁਲ ਸਹੀ ਹੋ ਜਾਏ। ਤੇ ਹੁਣ ਤੇ ਆਂਦੇ ਨੇ ਕਿ ਥਣ ਜਿਹੜਾ ਵੇ ਉਹਦੇ ਬਾਸ ਕਾ ਜ਼ਖਮ ਹੋ ਜਾਂਦਾ, ਜਿਹਨੂੰ ਗਲਵੱਡੀ ਆਂਦੇ ਨੇ, ਗਲਵੱਡੀ ਵੀ ਆਂਦੇ ਨੇ। ਗਲਵੱਡੀ ਵੀ ਇਸੇ ਵਜ੍ਹਾ ਦੀ ਹੁੰਦੀ ਹੈ, ਖੁਸ਼ਕੀ ਗਰਮੀ ਤੋਂ। ਬਾਅਦ ਵਿੱਚੋਂ ਥਣ ਜਿਹੜਾ ਵੇ ਸੁੱਜ ਜਾਂਦਾ ਹੈ, ਜਾਂ ਉਹ ਇੱਕ ਥਣ ਵੱਡਾ ਹੋ ਜਾਂਦਾ, ਇੱਕ ਛੋਟਾ ਹੀ ਹੁੰਦਾ, ਸਿਰਫ ਖੁਸ਼ਕੀ ਗਰਮੀ ਤੋਂ, ਹੋਰ ਕੁਝ ਵੀ ਨਹੀਂ। ਤੇ ਬਜ਼ੁਰਗੋ, ਜਿਹੜਾ ਨਾੜ ਆਈ ਜਾਂਦੀ ਹੈ ਅੱਗੇ, ਜਾਂ ਗਿਲਟੀ ਜੀ ਆਈ ਜਾਂਦੀ ਹੈ, ਮੀਟਕੀ ਹੋਈ ਜਾਂਦੀ ਹੈ, ਫੁਹਾਰਾ ਮਾਰਦਾ, ਇਹਦੇ ਸਾਰਿਆਂ ਦੇ ਕੀ ਇਲਾਜ ਫਿਰ ਕਰੀਏ? ਤੇ ਲੋਕ ਬੜੇ ਪਰੇਸ਼ਾਨ ਨੇ। ਇਹਦਾ ਇਲਾਜ ਤੇ ਇਹ ਵੀ ਲੂਣ ਦਿੰਦੇ ਨੇ ਲੋਕ ਜੀ, ਉਹਨੂੰ ਘੋਟ ਕੇ ਲੂਣ ਨੂੰ ਮਤਲਬ ਕਿ ਇੱਕ ਜਾਨ ਕਰ ਲੈਣਾ। ਅੱਛਾ, ਤੇ ਉਹ ਦੇਣਾ ਵਿੱਚ ਨਿੰਬੂ ਪਾ ਕੇ। ਅੱਛਾ, ਕਿੰਨਾ ਕੁ ਨਮਕ ਕਿੰਨਾ ਹੋਏ? ਅੱਧ ਕਿਲੋ ਬੜਾ, ਅੱਧ ਕਿਲੋ। ਤੇ ਉਹਦੇ ਚ ਕਿੰਨਾ ਪਾ ਲਈਏ ਨਿੰਬੂ? ਅੱਧ ਕਿਲੋ ਨਿੰਬੂ ਪਾ ਲਓ। ਅੱਛਾ, ਹਾਂ, ਉਹ ਕੁੱਟ ਕੱਢ ਕੇ ਉਹਨਾਂ ਨੂੰ ਜਾਂਦੇ ਹੋ। ਤੇ ਇਹ ਕਦੋਂ ਦਈਏ, ਸ਼ਾਮ ਨੂੰ ਜਾਂ ਸੁਬਹ? ਸ਼ਾਮ ਨੂੰ। ਸ਼ਾਮ ਨੂੰ ਪੱਠੇ ਛੱਡੇ ਖਾ ਲੈਣਾ ਉਦੋਂ ਬਾਅਦ। ਤੇ ਜਿਹੜੀ ਮੱਝ ਪੱਠੇ ਖਾਣਾ ਛੱਡ ਜੇ, ਉਹ ਤੁਹਾਨੂੰ ਦੱਸਿਆ ਟੱਕ ਉਹਨੂੰ ਕਹਿੰਦੇ ਨੇ।
ਇਸ ਤੋਂ ਇਲਾਵਾ ਕੁਝ ਮੱਝ ਹੁੰਦੀਆਂ ਉਹਨੂੰ ਸੋਕੜਾ ਹੋ ਜਾਂਦਾ ਹੈ ਜ਼ਹਿਰਬਾਦ ਦੀ ਵਜ੍ਹਾ ਤੋਂ, ਮਿੱਠਾ ਜ਼ਹਿਰਬਾਦ ਜਾਂ ਕੋੜਾ ਜ਼ਹਿਰਬਾਦ। ਸਭ ਕੁਝ ਜਿਹੜਾ ਨਾ ਮਿੱਠਾ ਜ਼ਹਿਰਬਾਦ ਹੁੰਦਾ, ਸੋਕੜਾ ਹੁੰਦਾ, ਸਭ ਇਹ ਬਾਦੀ ਦਾ ਕੰਮ ਹੈ। ਤੇ ਬਾਦੀ ਦਾ ਫਿਰ ਕੀ ਇਲਾਜ ਕਰੀਏ? ਬਾਦੀ ਦਾ ਇਲਾਜ ਇਹ ਹੀ ਹੈ ਤੁਹਾਡਾ ਤੁਹਾਨੂੰ ਦੱਸਿਆ, ਯਾਨੀ ਕਿ ਨਮਕ ਤੇ ਹਾਂ ਨਮਕ ਦਿਓ, ਉਹਨੂੰ ਮਸਾਲੇ ਦਿਓ, ਠੀਕ ਹੈ, ਇਨਸ਼ਾਅੱਲਾ ਠੀਕ ਹੋ ਤੇ ਜਾਏ। ਜਿਹੜੇ ਰੈਗੂਲਰ ਮਸਾਲੇ ਦੇਣੇ ਚਾਹੀਦੇ ਨੇ, ਮਿਰਚਾਂ ਹੋ ਗਿਆ, ਹਰੀਆਂ ਮਿਰਚਾਂ, ਦਾਦਰ ਮਿਰਚਾਂ ਵਿੱਚ ਲਸਣ, ਇਹ ਵੀ ਇਹਦਾ ਮਤਲਬ ਹੈ ਕਿ ਜ਼ਹਿਰਬਾਦ ਦਾ ਵੀ ਇਲਾਜ ਇਹ ਨੇ। ਅੱਛਾ ਯਾ ਜ਼ਹਿਰਬਾਦ ਮੱਝ ਨੂੰ ਹੁੰਦੀ ਹੈ ਤੇ ਬਾਦੀ ਤੋਂ ਹੁੰਦਾ। ਅੱਛਾ ਹਾਂ ਮੱਝ ਦੇ ਅੰਦਰ ਜ਼ਹਿਰਬਾਦ ਕੋਈ ਨਹੀਂ ਜੰਮਦਾ ਜੀ, ਇਹ ਸਭ ਕੋਈ ਬਾਦੀ ਤੋਂ ਹੁੰਦਾ। ਠੀਕ ਹੋ ਗਿਆ। ਉਹ ਮਿਰਚਾਂ ਦਿਓ ਕੁੱਟ ਕੇ, ਵਿੱਚ ਲੂਣ ਪਾ ਕੇ ਦਿਓ, ਉਹ ਮਸਾਲਾ ਦਿਓ, ਉਹਦੇ ਨਾਲ ਵੀ ਜ਼ਹਿਰਬਾਦ ਮਤਲਬ ਹੈ ਕਿ ਬਾਦੀ ਜਾਂਦੀ ਰਹਿੰਦੀ ਹੈ, ਜ਼ਹਿਰਬਾਦ ਠੀਕ ਹੋ ਜਾਂਦਾ। ਤੇ ਬਾਜ਼ ਔਕਾਤ ਮੱਝ ਕੋਈ ਭੈੜੀ ਚੀਜ਼ ਖਾ ਲੈਂਦੀ ਹੈ, ਲੋਹਾ ਖਾ ਲੈਂਦੀ, ਉਹ ਕੇਲੇ ਲੰਘ ਜਾਂਦੀ, ਲੱਕੜੀ ਜਾਂ ਛਾਪਰ, ਇਹੋ ਜਿਹੀ ਚੀਜ਼ ਕੋਈ ਓਪਰੀ ਖਾ ਲੈਂਦੀ ਜਿਹੜਾ ਉਹਦੇ ਵਾਸਤੇ ਮੁਨਾਸਬ ਨਹੀਂ, ਤੇ ਕੀ ਕਰੀਏ? ਉਹਦਾ ਜੀ ਕੋਈ ਨਹੀਂ ਜੇ ਪਤਾ ਹੋਇਆ ਤੁਹਾਡੇ ਕੇ ਦੋਸਤਾਂ ਭਾਈ ਜਿਹੜੀ ਚੀਜ਼ ਤਾਂ ਨਹੀਂ ਪਤਾ। ਸੂਣ ਤੋਂ ਪਹਿਲੇ ਮੱਝ ਨੂੰ ਕੀ ਕੀ ਦੇਣਾ ਚਾਹੀਦਾ ਹੈ, 1-2 ਮਹੀਨਾ ਪਹਿਲੇ, ਔਰ ਬਾਅਦ ਵਿੱਚੋਂ ਕੀ ਕੀ ਦਈਏ? ਤੇ ਤੇਲ ਦਿਓ, ਨਹੀਂ ਗੱਬਣ ਹੋਈਏ ਤੇ ਉਹਨੂੰ ਫਿਰ ਕੀ ਕੀ ਦਈਏ ਤਾਂ ਕਿ ਉਹਦਾ ਮਾਮਲਾ ਠੀਕ ਰਹੇ? ਮਾਮਲਾ ਸਹੀ ਹੋ, ਤੇਲ ਹੀ ਉਹਦਾ ਮਾਮਲਾ। ਤੇ ਸੂਣ ਤੋਂ ਪਹਿਲੇ 10 ਦਿਨ ਪਹਿਲੇ ਜਾਂ 15 ਦਿਨ ਪਹਿਲੇ ਕੀ ਦੇਣਾ ਚਾਹੀਦਾ? ਉਹਨੂੰ ਘਿਓ ਦੇਣਾ ਚਾਹੀਦਾ ਜੇ ਬੰਦਾ ਪੁੱਜ ਪਵੇ। ਠੀਕ, ਦੇਸੀ ਘਿਓ। ਜਾਂ ਤੇ ਮੱਝ ਜਦੋਂ ਸੂਈਏ ਉਹਦੇ ਬਾਅਦ ਕਹਿੰਦੇ ਨੇ ਕਿ ਉਹਨੂੰ ਕੋਈ ਸ਼ੈ ਨਹੀਂ ਦੇਣੀ ਚਾਹੀਦੀ ਸਿਵਾਏ ਨਰਮ ਪੱਠੇ ਦੇ, ਤੁਹਾਡਾ ਕੀ ਖਿਆਲ ਹੈ? ਉਹਦੀ ਸਾਰੀਆਂ ਐਵੇਂ ਬਾਤਾਂ ਹੀ ਨੇ, ਜਿਹੜੇ ਮੱਝ ਸੂਣ ਤੋਂ ਪਹਿਲਾਂ ਉਹਨੂੰ ਘਿਓ ਦੇ ਲਓ, ਮੱਝ ਇਨਸ਼ਾਅੱਲਾ ਸੂਬੇ ਦੀ ਵੀ ਸਹੀ, ਰਾਤ ਆਪਣੀ ਜੋਰ ਵੀ ਸਹੀ ਜਿਹੜੇ ਦੀ। ਠੀਕ ਹੈ। ਜੇ ਗਰਮੀ ਚ ਘਿਓ ਨਹੀਂ ਦੇ ਸਕਦਾ, ਤੇਲ 2-3 ਸਿਰ ਦੇ ਲਓ। ਠੀਕ ਹੋ ਗਿਆ। ਜਾਂ ਤੇ ਗੁੜ ਸ਼ੱਕਰ ਦੇ ਬਾਰੇ ਕੀ ਖਿਆਲ ਹੈ ਤੁਹਾਡਾ? ਗੁੜ ਸ਼ੱਕਰ ਦਾ ਜੇ ਸਿਆਲ ਹੋਵੇ ਤੇ ਗੁੜ ਦਾ ਕੋਈ ਪਾਈਆ ਰਾਤੀ ਲੈ ਲਿਆ ਕਰੋ। ਠੀਕ ਹੋ ਗਿਆ। ਜੇ ਨਾ ਸਿਆਲ ਗਰਮੀ ਹੋਵੇ ਫਿਰ ਨਾ ਦਿਓ। ਬਹੁਤ ਸ਼ੁਕਰੀਆ ਬਾਬਾ ਜੀ, ਬਹੁਤ ਸ਼ੁਕਰੀਆ, ਜਜ਼ਾਕ ਅੱਲਾਹ।